ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਲੋਕ ਨਿਕੰਦਨ ਅਮਰ ਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਘਨ ਕੇ ਨਾਸ਼ਕ ਵਿਘਨ ਕੇ ਨਾਸ਼ਕ ਹਰਿ ਗੋਬਿੰਦ ਸੋਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਹੈ ਮਾਨ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਬੋਧਤ ਬ੍ਰਹਮ ਪਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਾਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤਸੰਗਤ ਦੀਆਂ ਪਵਿੱਤਰ ਘੜੀਆਂ ਪ੍ਰਾਪਤ ਹੋਈਆਂ ਨੇ। ਪਿਛਲੇ ਸਮੇਂ ਤੋਂ ਗੁਰ ਇਤਿਹਾਸ ਨੂੰ ਵਿਚਾਰ ਰਹੇ ਹਾਂ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਈਏ ਨਾਲ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਮੇਰ ਪਰਬਤ ਦੇ ਉੱਪਰ ਸਿੱਧਾਂ ਦੀ ਮਨ ਮਤ ਨੂੰ ਨਾਸ਼ ਕਰਕੇ ਖੋਟੀ ਮਤ ਨੂੰ ਨਾਸ਼ ਕਰਕੇ ਮਹਾਰਾਜ ਉਹਨਾਂ ਨੂੰ ਗੁਰਮਤਿ ਬਖਸ਼ਿਸ਼ ਕਰ ਰਹੇ ਨੇ। ਕੁਝ ਸਮਾਂ ਮਹਾਰਾਜ ਉੱਥੇ ਰਹੇ ਨੇ। ਉਹਨਾਂ ਨੂੰ ਸੋਝੀ ਬਖਸ਼ੀ ਹੈ, ਪਰਮਾਰਥ ਦਾ ਰਸਤਾ ਦਿਖਾਇਆ ਹੈ। ਤੇ ਕੁਝ ਸਮੇਂ ਬਾਅਦ ਭਾਈ ਮਰਦਾਨਾ ਜੀ ਉਹਨਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਆਪਾਂ ਹੁਣ ਇਸ ਪਹਾੜ ਤੋਂ ਅੱਗੇ ਜਾਣਾ ਕਰੀਏ। ਜੋ ਹੋਰ ਸੁੰਦਰ ਰਸਤੇ ਹਨ, ਸੁੰਦਰ ਥਾਵਾਂ ਹਨ, ਉਹਨਾਂ
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੋਂ ਚੱਲਣ ਦੀ ਤਿਆਰੀ ਕਰਦੇ ਨੇ, ਪਰ ਜਿਹੜੇ ਸਿੱਧ ਸਤਿਗੁਰਾਂ ਦੇ ਨਾਲ ਬੇਅੰਤ ਪ੍ਰੇਮ ਕਰਦੇ ਨੇ, ਗੋਪੀ ਚੰਦ ਵਰਗੇ, ਭਰਤਰੀ ਵਰਗੇ ਆਦਿਕ ਜੋ ਸਿੱਧ ਹਨ, ਹੱਥ ਜੋੜ ਕੇ ਸਤਿਗੁਰਾਂ ਕੋਲ ਬੇਨਤੀ ਕਰਦੇ ਨੇ, ਮਹਾਰਾਜ ਜੇਕਰ ਆਪ ਜੀ ਕੁਝ ਸਮਾਂ ਇੱਥੇ ਹੋਰ ਰਹਿ ਜਾਵੋ ਤੇ ਸਾਡਾ ਜੋ ਜਿਉਣਾ, ਸਾਡਾ ਜੋ ਜੀਵਨ ਹੈ ਉਹ ਸਫਲ ਹੋ ਜਾਵੇਗਾ। ਆਪ ਜੀਆਂ ਦੀ ਸੰਗਤ ਕਰਕੇ ਪਹਿਲਾਂ ਵੀ ਬਹੁਤ ਸੁੱਖ ਪਾਇਆ ਹੈ, ਪਰ ਆਪ ਜੀ ਇੱਥੇ ਰਹਿਣਾ ਕਰੋ ਮਹਾਰਾਜ। ਹੁਣ ਆਪ ਜੀਆਂ ਨੂੰ ਸੰਸਾਰ ਦੇ ਵਿੱਚ ਕੋਈ ਕੰਮ ਨਹੀਂ ਹੈ ਜੋ ਆਪ ਜੀਆਂ ਦਾ ਕਰਨ ਵਾਲਾ ਰਹਿੰਦਾ ਹੋਵੇ, ਨਾ ਆਪ ਜੀ ਬੰਧਨਾਂ ਦੇ ਰਿਸ਼ਤੇ ਨਾਤਿਆਂ ਦੇ ਬੱਝੇ ਹੋ ਜੋ ਆਪ ਜੀਆਂ ਨੂੰ ਵਾਪਸ ਜਾਣ ਦੀ ਲੋੜ ਹੈ। ਆਪ ਜੀ ਕਿਰਪਾ ਕਰੋ, ਇੱਥੇ ਰਹੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸਿੱਧਾ ਤਾਂ ਹੀ ਆਖਿਆ ਹੈ ਕਿ ਜੇਕਰ ਪਰਮੇਸ਼ਰ ਨੇ ਚਾਹਿਆ ਤੇ ਆਪਣੇ ਦੁਬਾਰਾ ਮਿਲ ਹੋਣਗੇ, ਪਰ ਇਸ ਟਾਈਮ ਸਾਡਾ ਜਾਣਾ ਬਹੁਤ ਜ਼ਰੂਰੀ ਹੈ। ਜੋ ਸੰਸਾਰ ਨੂੰ ਪਰਮਾਰਥ ਦੇ ਰਸਤੇ ਤੇ ਤੋਰਨ ਦਾ ਕਾਰਜ ਹੈ, ਉਹ ਕਾਰਜ ਹਜੇ ਸਾਡਾ ਅਧੂਰਾ ਹੈ। ਇਸ ਲਈ ਸਾਨੂੰ ਖੁਸ਼ੀ ਵਿਦਾ ਕਰਨਾ। ਸਾਰਿਆਂ ਹੀ ਸਿੱਧਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਵਿਦਾ ਕੀਤਾ ਹੈ। ਕੁਝ ਰਸਤਾ ਸਤਿਗੁਰਾਂ ਦੇ ਨਾਲ ਚੱਲ ਕੇ ਆਏ ਨੇ। ਜਦੋਂ ਸਮੇਰ ਪਰਬਤ ਤੋਂ ਦੂਰ ਰਸਤੇ ਆਏ ਨੇ ਤੇ ਸਤਿਗੁਰਾਂ ਨੇ ਪ੍ਰੇਮ ਦੇ ਨਾਲ ਸਾਰੇ ਜੋਗੀਆਂ ਨੂੰ ਸਿੱਧਾ ਵਾਪਸ ਮੋੜਿਆ ਕਿ ਇੱਥੋਂ ਤੁਸੀਂ ਪਿੱਛੇ ਜਾਣਾ ਕਰੋ, ਇੱਥੋਂ ਅੱਗੇ ਅਸੀਂ ਚਲੇ ਜਾਵਾਂਗੇ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਸਮੇਰ ਪਰਬਤ ਉੱਪਰ ਉਪਦੇਸ਼ ਦੇ ਕਰਕੇ ਸਿੱਧਾ ਨੂੰ ਸਿੱਧੇ ਰਸਤੇ ਪਾ ਕਰਕੇ ਉੱਥੋਂ ਚਾਲਾ ਪਾਇਆ ਹੈ। ਮਹਾਰਾਜ ਰਸਤੇ ਦੇ ਵਿੱਚ ਆਏ ਨੇ। ਰਸਤੇ ਦੇ ਵਿੱਚ ਆ ਕਰਕੇ ਇੱਕ ਬੜਾ ਜਪੀ ਤਪੀ ਤਿਆਗੀ ਸੰਤ ਜਨ ਹੈ, ਨਾਮ ਜਪਣ ਵਾਲੇ ਰੂਹ ਹੈ, ਜਿਸ ਦਾ ਨਾਮ ਕਾਕ ਪਸੰਦ ਹੈ। ਸਤਿਗੁਰਾਂ ਨੇ ਆ ਕਰਕੇ ਉਹਨਾਂ ਦੇ ਦਰਸ਼ਨ ਕੀਤੇ ਨੇ। ਆਪਣੀ ਮੰਡਲੀ ਦੇ ਅੰਦਰ ਆਪਣੇ ਸੇਵਕਾਂ ਸ਼ਰਧਾਲੂਆਂ ਦੇ ਅੰਦਰ ਸਮਾਧੀ ਲਾ ਕਰਕੇ ਬੈਠੇ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਆ ਕਰਕੇ ਉਹਨਾਂ ਦੇ ਵਿਚਕਾਰ ਬੈਠਣਾ ਕੀਤਾ ਹੈ। ਜਦੋਂ ਕੁਝ ਸਮੇਂ ਬਾਅਦ ਉਹਨਾਂ ਨੇ ਸਮਾਧੀ ਦੇ ਵਿੱਚੋਂ ਨੇਤਰ ਖੋਲ੍ਹੇ ਨੇ, ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਤੇ ਭਾਈ ਮਰਦਾਨਾ ਜੀਆਂ ਨੇ ਹੱਥਾਂ ਦੇ ਵਿੱਚ ਰਬਾਬ ਲੈ ਕਰਕੇ ਪਰਮੇਸ਼ਰ ਦੇ ਗੀਤ ਗਾਏ। ਮਿੱਠੀ ਆਵਾਜ਼, ਮਿੱਠੀਆਂ ਧੁਨਾਂ ਸੁਣ ਕਰਕੇ ਉਹਨਾਂ ਸਾਰਿਆਂ ਹੀ ਨਾਮ ਜਪਣ ਵਾਲਿਆਂ ਦੀਆਂ ਸਮਾਧੀਆਂ ਲੱਗ ਗਈਆਂ। ਕੁਝ ਸਮੇਂ ਬਾਅਦ ਜਦੋਂ ਸ਼ਬਦ ਦੀ ਸਮਾਪਤੀ ਹੋਈ, ਹੱਥ ਜੋੜੇ ਤੇ ਭਾਈ ਮਰਦਾਨੇ ਤਾਂ ਸਵਾਲ ਕੀਤੇ ਨੇ ਕਿ ਇਹ ਜੋ ਤੁਹਾਡੇ ਨਾਲ ਸਤਿਪੁਰਸ਼ ਆਏ ਨੇ, ਇਹ ਕੌਣ ਹੈ? ਆਪ ਜੀ ਕੌਣ ਹੋ? ਭਾਈ ਮਰਦਾਨਾ ਜੀਆਂ ਨੇ ਜਵਾਬ ਦਿੱਤਾ ਹੈ ਕਿ ਜੋ ਸੁੰਦਰ ਸਰੂਪ ਵਾਲੇ ਆਪ ਜੀਆਂ ਨੂੰ ਨਜ਼ਰ ਆ ਰਹੇ ਨੇ, ਇਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਾਂ ਦੀ ਖਾਣ। ਜਦੋਂ ਸਤਿਗੁਰਾਂ ਦਾ ਨਾਮ ਸੁਣਿਆ ਹੈ ਤੇ ਜੋ ਕਾਕ ਪਸੰਦ ਨਾਮ ਦਾ ਮਹਾਂਪੁਰਸ਼ ਹੈ, ਹੱਥ ਜੋੜ ਲੈ। ਕਹਿਣ ਲੱਗਾ, ਪਾਤਸ਼ਾਹ ਆਪ ਜੀਆਂ ਦੇ ਬਾਰੇ ਸੁਣਿਆ ਸੀ ਕਿ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਭਟਕਿਆਂ ਲੋਕਾਂ ਨੂੰ, ਬੇਧਰਮੀ ਲੋਕਾਂ ਨੂੰ ਧਰਮ ਸਿਖਾਉਣ ਵਾਸਤੇ, ਭਟਕਿਆਂ ਲੋਕਾਂ ਨੂੰ ਰਸਤਾ ਦਿਖਾਉਣ ਵਾਸਤੇ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਆ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਪਰਮੇਸ਼ਰ ਨੇ ਅਵਤਾਰ ਲਿਆ ਹੈ। ਪਰ ਮੇਰੇ ਵੱਡੇ ਵੱਡੇ ਭਾਗ ਨੇ ਜੋ ਆਪ ਜੀਆਂ ਨੇ ਆਪ ਆ ਕਰਕੇ ਮੈਨੂੰ ਦਰਸ਼ਨ ਬਖਸ਼ੇ ਨੇ, ਮੇਰਾ ਜੀਵਨ ਸਫਲ ਕੀਤਾ ਹੈ। ਸਤਿਗੁਰੂ ਜੀ ਆਪ ਜੀਆਂ ਦਾ ਇਤਨਾ ਜੀਵਨ ਪਵਿੱਤਰ ਹੈ। ਜਿਹੜੇ ਲੋਕ ਧਰਮ ਤੋਂ ਟੁੱਟ ਚੁੱਕੇ ਨੇ, ਵਿਕਾਰਾਂ ਵਿੱਚ ਪੈ ਚੁੱਕੇ ਨੇ, ਜੇਕਰ ਆਪ ਜੀਆਂ ਦੀ ਸ਼ਰਨ ਵਿੱਚ ਆ ਜਾਣ ਸਤਿਗੁਰੂ ਜੀ, ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ, ਉਹ ਵੀ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਤੇ ਸਤਿਗੁਰੂ ਜੀ ਜਿਨ੍ਹਾਂ ਨੇ ਜੀਵਨ ਅੰਦਰ ਆਪ ਜੀਆਂ ਦਾ ਨਾਮ, ਆਪ ਜੀਆਂ ਦੇ ਬਚਨ ਕਮਾ ਲਏ,
महाराज ਉਹ ਲੋਕ ਤਾਂ ਐਸੀ ਅਵਸਥਾ ਦੇ ਮਾਲਕ ਹੋ ਜਾਣਗੇ, ਜੇਕਰ ਤੀਰਥਾਂ ਤੇ ਚਲੇ ਜਾਣ ਤੇ ਤੀਰਥਾਂ ਨੂੰ ਪਵਿੱਤਰ ਕਰਦੇ, ਜੋ ਆਪ ਜੀਆਂ ਨੇ ਆਪਣੇ ਪਵਿੱਤਰ ਮੁਖ ਤੋਂ ਅੰਮ੍ਰਿਤ ਬਾਣੀ ਉਚਾਰੀ ਹੈ। ਜੇਕਰ ਐਸਾ ਗਿਆਨ ਕੋਈ ਪੜ੍ਹ ਲਵੇ, ਇਸ ਦਾ ਧਾਰਨੀ ਹੋ ਜਾਵੇ, ਤੇ ਫਿਰ ਮਹਾਰਾਜ ਉਹ ਕਿਉਂ ਨਾ ਮੁਕਤੀ ਪਾਵੇਗਾ, ਕਿਉਂ ਨਾ ਉਸ ਨੂੰ ਪਰਮ ਗਤੀ ਪਰਮ ਪਦਵੀ ਪ੍ਰਾਪਤ ਹੋਵੇਗੀ। ਇੱਦਾਂ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰ ਰਿਹਾ ਹੈ। ਇੱਥੋਂ ਤੱਕ ਪਿਛਲੀਆਂ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਹੁੰਦਾ ਹੈ, ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਨਾਨਕ ਬੋਲੇ ਬਵਹੀ। ਇਸ ਪ੍ਰਕਾਰ ਜਦੋਂ ਕਾਕ ਪਸੰਦ ਨਾਮ ਦੇ ਜਪੀ ਤਪੀ ਤਿਆਗੀ ਮਹਾਂਪੁਰਸ਼ ਨੇ ਸਤਿਗੁਰਾਂ ਦੀਆਂ ਸਿਫਤਾਂ ਕੀਤੀਆਂ ਨੇ, ਉਹਨਾਂ ਦੇ ਵਚਨ ਵਿਲਾਸ ਸੁਣ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ। ਸਭ ਗੁਣ ਮੈਂ ਪ੍ਰਧਾਨ। ਸਤਿਗੁਰੂ ਜੀ ਕਹਿਣ ਲੱਗੇ ਕਿ ਕਾਕ ਪਸੰਦ ਤੇਰੇ ਵਰਗਾ ਜੋ ਮਹਾਂਪੁਰਖ ਹੈ ਨਾ, ਇਹ ਸਾਰਿਆਂ ਹੀ ਗੁਣਾਂ ਦੇ ਵਿੱਚ ਪ੍ਰਧਾਨ ਹੈ। ਭਗਤ ਨਿਰੰਤਰ ਕਰਤਬੋ। ਆਪ ਜੀ ਇੱਕ ਰਸ ਹੋ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਹੋ, ਭਗਤੀ ਕਰਦੇ ਹੋ। ਸਰੋਤਨ ਬਿਨੈ ਮਹਾਨ। ਤੇ ਆਪ ਜੀ ਸਾਰਿਆਂ ਹੀ ਸਰੋਤਿਆਂ ਦੇ ਵਿੱਚੋਂ ਮਹਾਨ ਸਰੋਤੇ ਹੋ। ਆਪ ਜੀ ਸਾਰਿਆਂ ਹੀ ਸੁਣਨ ਵਾਲਿਆਂ ਵਿੱਚੋਂ ਮਹਾਨ ਹੋ, ਮਹਾਨ ਸਤਸੰਗੀ ਹੋ। ਸਤਿਗੁਰ ਦੀਨਾਨਾਥ ਜੀ। ਇਸ ਪ੍ਰਕਾਰ ਹੱਥ ਜੋੜੇ ਨੇ ਕਾਕ ਪਸੰਦ ਨੇ ਸਤਿਗੁਰਾਂ ਤਾਈਂ ਕਹਿਣ ਲੱਗਾ ਹੈ। ਕੀਜੈ ਤੁਮੇ ਸਹਾਈ। ਮਹਾਰਾਜ ਕਿਰਪਾ ਕਰੋ, ਮੇਰੀ ਸਹਾਇਤਾ ਕਰੋ ਜੀ। ਸਰੋਤੇ ਕਿਸ ਪ੍ਰਕਾਰ ਕੇ। ਮਹਾਰਾਜ ਜਿਹੜੇ ਸਤਸੰਗੀ ਲੋਕ ਹੁੰਦੇ ਨੇ, ਸਰੋਤੇ ਹੁੰਦੇ ਨੇ, ਸਤਸੰਗ ਕਰਨ ਵਾਲੇ ਹੁੰਦੇ ਨੇ। ਕੀਜੈ ਤੁਮੇ ਬਤਾਏ। ਮਹਾਰਾਜ ਇਹ ਕਿੰਨੀ ਪ੍ਰਕਾਰ ਦੇ ਹੁੰਦੇ ਨੇ, ਇਹਨਾਂ ਦਾ ਕੈਸਾ ਜੀਵਨ ਹੁੰਦਾ ਹੈ, ਕੈਸਾ ਸੁਭਾਅ ਹੁੰਦਾ ਹੈ। ਕਿਰਪਾ ਕਰਕੇ ਮੇਰਾ ਇਹ ਜੋ ਮਨ ਦਾ ਸਵਾਲ ਹੈ ਨਾ, ਇਸ ਨੂੰ ਦੂਰ ਕਰੋ, ਇਸ ਦਾ ਜਵਾਬ ਦਿਓ ਕਿ ਸਰੋਤੇ ਜੋ ਸੁਣਨ ਵਾਲੇ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਨੇ। ਚੌਪਈ ਸਰੋਤਾ ਜਗ ਮਹਿ ਪੰਜ ਪ੍ਰਕਾਰ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਣ ਲੱਗੇ ਕਾਕ ਪਸੰਦ ਨੂੰ ਕਿ ਇਹ ਗੁਰਮੁਖਾ, ਜਿਹੜੇ ਸਰੋਤੇ ਹੁੰਦੇ ਨੇ ਨਾ, ਸਤਸੰਗੀ ਹੁੰਦੇ ਨੇ, ਉਹ ਸੰਸਾਰ ਦੇ ਵਿੱਚ ਪੰਜ ਤਰੀਕਿਆਂ ਦੇ ਹੁੰਦੇ ਹਨ। ਹੁਣ ਕੱਲਾ ਕਰਕੇ ਤੈਨੂੰ ਮੈਂ ਉਹਨਾਂ ਦੇ ਸੁਭਾਅ ਬਾਰੇ, ਉਹਨਾਂ ਦੇ ਜੀਵਨ ਬਾਰੇ ਦੱਸਦਾ ਹਾਂ। ਰਾਗ ਰਾਗਨੀ ਸਮਝੇ ਏਕਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਤਸੰਗ ਤਾਂ ਹੋ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਮਹਾਰਾਜ ਕਹਿੰਦੇ ਜਿਹੜੇ ਪਹਿਲੇ ਸਰੋਤੇ ਹਨ, ਉਹਨਾਂ ਦਾ ਧਿਆਨ ਕੇਵਲ ਇਸ ਚੀਜ਼ ਦੇ ਅੰਦਰ ਰਹਿੰਦਾ ਹੈ ਕਿ ਕਿਹੜੇ ਰਾਗ ਅੰਦਰ, ਕਿਹੜੀ ਰਾਗਣੀ ਅੰਦਰ ਇਹ ਗੁਰਬਾਣੀ ਗਾਈ ਜਾ ਰਹੀ ਹੈ। ਉਹਨਾਂ ਦਾ ਜਿਹੜਾ ਧਿਆਨ ਹੁੰਦਾ ਹੈ ਉਹ ਰਾਗਾਂ ਅੰਦਰ ਰਹਿੰਦਾ ਹੈ। ਤੇ ਜਿਹੜੇ ਦੂਜੇ ਹੁੰਦੇ ਹਨ ਉਹ ਬਾਜੇ ਦੀਆਂ ਸੁਰਾਂ ਅੰਦਰ ਧਿਆਨ ਦਿੰਦੇ ਨੇ ਕਿ ਕਿਹੜੀਆਂ ਸੁਰਾਂ ਦੇ ਅੰਦਰ ਇਹ ਸ਼ਬਦ ਗਾਇਆ ਜਾ ਰਿਹਾ ਹੈ। ਤੇ ਜਿਹੜੇ ਤੀਸਰੇ ਹੁੰਦੇ ਨੇ ਉਹ ਤਾਲ ਦੇ ਅੰਦਰ ਧਿਆਨ ਦਿੰਦੇ ਨੇ ਕਿ ਕਿਹੜੇ ਤਾਲ ਦੇ ਅੰਦਰ ਇਹ ਸ਼ਬਦ ਉਚਾਰਨ ਹੋ ਰਿਹਾ ਹੈ, ਕਿਸ ਪ੍ਰਕਾਰ ਇਹ ਸ਼ਬਦ ਗਾਇਨ ਕੀਤਾ ਜਾਂਦਾ ਹੈ। ਤੇ ਜਿਹੜੇ ਚੌਥੇ ਹੁੰਦੇ ਨੇ ਸਤਿਗੁਰੂ ਜੀ ਕਹਿੰਦੇ ਉਹ ਇਸ ਪ੍ਰਕਾਰ ਦੇ ਹੁੰਦੇ ਨੇ, ਜਿਨ੍ਹਾਂ ਦਾ ਕੇਵਲ ਔਰ ਕੇਵਲ ਧਿਆਨ ਜਿਹੜਾ ਬਾਜੇ ਦੇ ਵਜਨ ਵਿੱਚ ਤੇ ਢੋਲਕੀ ਦੇ ਖੜਾਕ ਵਿੱਚ ਰਹਿੰਦਾ ਹੈ। ਉਹਨਾਂ ਦੀਆਂ ਆਵਾਜ਼ਾਂ ਸੁਣ ਸੁਣ ਕੇ ਆਪਣਾ ਸਿਰ ਵੀ ਹਿਲਾਉਂਦੇ ਨੇ, ਪੈਰ ਵੀ ਹਿਲਾਉਂਦੇ ਨੇ। ਸ਼ਬਦ ਅੰਦਰ ਕੋਈ ਧਿਆਨ ਨਹੀਂ ਹੁੰਦਾ, ਸ਼ਬਦ ਨੂੰ ਨਹੀਂ ਵਿਚਾਰਦੇ ਕਿ ਗੁਰਬਾਣੀ ਕੀ ਕਹਿੰਦੀ ਹੈ, ਕੀ ਉਪਦੇਸ਼ ਹੈ।
ਕੇਵਲ ਬਾਜਿਆਂ ਔਰ ਤਬਲੇ ਦੀਆਂ ਧੁਨਾਂ ਅੰਦਰ ਖੜਾਕ ਅੰਦਰ ਹੀ ਉਹਨਾਂ ਦਾ ਧਿਆਨ ਰਹਿੰਦਾ ਹੈ, ਉਹ ਰਸ ਲੈਂਦੇ ਨੇ। ਪੰਚਮ ਸ਼ਬਦ ਅਰਥ ਕੋ ਜੀਨਾ। ਤੇ ਜਿਹੜੇ ਪੰਜਵੇਂ ਸਰੋਤੇ ਨੇ ਸਤਿਗੁਰੂ ਜੀ ਕਹਿੰਦੇ ਉਹ ਸ਼ਬਦ ਸੁਣਦੇ, ਸ਼ਬਦ ਸੁਣਦੇ ਨੇ ਤੇ ਮਨ ਹੀ ਮਨ ਅੰਦਰ ਵਿਚਾਰ ਕਰਦੇ ਨੇ ਕਿ ਇਹ ਜੋ ਸ਼ਬਦ ਕਹੇ ਜਾ ਰਹੇ ਨੇ ਇਹਨਾਂ ਦੇ ਅਰਥ ਕੀ ਬਣਦੇ। ਉਹ ਉਹਨਾਂ ਦੇ ਅਰਥਾਂ ਨੂੰ ਗ੍ਰਹਿਣ ਕਰਦੇ ਹਨ। ਨਾਮ ਕਾਰਜ ਸੁਝਾਤ ਪਰਵੀਨਾ। ਸਤਿਗੁਰੂ ਜੀ ਕਹਿੰਦੇ ਐਸੇ ਪ੍ਰਵੀਨ, ਐਸੇ ਸਿਆਣੇ ਸਰੋਤੇ ਨੇ ਜਿਹੜੇ ਸ਼ਬਦ ਦੇ ਅਰਥਾਂ ਨੂੰ ਮਨ ਹੀ ਮਨ ਅੰਦਰ ਵਿਚਾਰਦੇ ਨੇ, ਭਾਵ ਸਾਰਾ ਨਿਚੋੜ, ਸਾਰਾ ਤੱਤ ਪ੍ਰਾਪਤ ਕਰਦੇ ਹਨ। ਸੋ ਸਭਿਨ ਤੇ ਲਖੋ ਮਹਾਨਾ। ਮਹਾਰਾਜ ਕਹਿੰਦੇ 5 ਪ੍ਰਕਾਰ ਦੇ ਸਰੋਤੇ ਹੁੰਦੇ ਨੇ, ਪੰਜਾਂ ਦੇ ਵਿੱਚੋਂ ਉਹ ਸਭ ਤੋਂ ਮਹਾਨ ਨੇ ਜਿਹੜੇ ਸ਼ਬਦ ਦੇ ਅਰਥਾਂ ਨੂੰ ਆਪਣੇ ਹਿਰਦੇ ਅੰਦਰ ਵਸਾਉਂਦੇ ਨੇ। ਆਪ ਸਮਝ ਕੇ ਗੁਣ ਤੋਂ ਸੁਜਾਨਾ। ਜਿਹੜੇ ਅਰਥਾਂ ਨੂੰ ਸਮਝਦੇ ਨੇ, ਗੁਣ ਤੋਂ ਸੁਜਾਨਾ ਤੇ ਗਿਣਤੀਆਂ ਮਿਣਤੀਆਂ ਹਿਰਦੇ ਅੰਦਰ ਕਰਕੇ ਗੁਣ ਪ੍ਰਾਪਤ ਕਰਦੇ ਨੇ, ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਐਸੇ ਸ੍ਰੇਸ਼ਟ ਹਨ। ਜਾਤੇ ਹੋ ਸਭ ਵਿਖੇ ਵਡੇਰੇ। ਇਸ ਲਈ ਉਹ ਸਾਰਿਆਂ ਤੋਂ ਵੱਡੇ ਹਨ। ਸਮਝ ਅਰਥ ਸੁਖ ਪਾਏ ਘਨੇਰੇ। ਤੇ ਜਿਹੜੇ ਸਤ ਸੰਗਤ ਦੇ ਵਿੱਚ ਆ ਕਰਕੇ ਅਰਥਾਂ ਨੂੰ ਸਮਝਦੇ ਨੇ, ਗੁਰਬਾਣੀ ਕੀ ਕਹਿੰਦੀ ਹੈ, ਗੁਰ ਇਤਿਹਾਸ ਕੀ ਸਮਝਾਉਂਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਪਰਲੋਕ ਅਤੇ ਪਰਲੋਕ ਵਿੱਚ ਸੁਖ ਪਾਉਂਦੇ ਨੇ। ਪ੍ਰੇਮ ਭਗਤ ਮਹਿ ਨਿਤ ਮਨ ਲੀਨਾ। ਉਹਨਾਂ ਦਾ ਪ੍ਰੇਮ ਪੈ ਜਾਂਦਾ, ਉਹਨਾਂ ਦਾ ਪ੍ਰੇਮ ਗੁਰੂ ਦੇ ਨਾਲ ਪੈ ਜਾਂਦਾ ਕਿ ਸਾਡੇ ਗੁਰੂ ਦਾ ਇਤਿਹਾਸ ਕਿੰਨਾ ਵੱਡਾ, ਸਾਡੇ ਗੁਰੂ ਦਾ ਜੀਵਨ ਕੈਸਾ ਹੈ। ਜਿਹੜੇ ਲੋਕ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਬਾਣੀ, ਗੁਰ ਇਤਿਹਾਸ ਸੁਣਦੇ ਨੇ, ਉਹਨਾਂ ਦਾ ਜਿਹੜਾ ਪ੍ਰੇਮਾ ਭਗਤੀ ਦੇ ਅੰਦਰ ਪ੍ਰੇਮ ਪੈਂਦਾ ਹੈ। ਚਿਰਜੀਵ ਅਦਕ ਪ੍ਰਵੀਨਾ। ਤੇ ਚਿਰਜੀਵ ਜੋ ਪਦਵੀ ਹੈ ਉਸ ਨੂੰ ਪ੍ਰਾਪਤ ਕਰਦੇ ਹਨ। ਅਰਥ ਵਿਚਾਰ ਕੇ ਜੋ ਹਿਤ ਲਾਏ। ਸਤਿਗੁਰੂ ਜੀ ਕਹਿੰਦੇ ਜਿਹੜੇ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਗੁਰਬਾਣੀ ਸੁਣਦੇ ਹਨ, ਅਰਥ ਪੜ੍ਹਦੇ ਨੇ, ਸੋ ਸੋਤਾ ਰਸ ਸੋ ਤ੍ਰਿਪਤਾਏ। ਉਹਨਾਂ ਨੂੰ ਵੀ ਅਸਲ ਰਸ ਆਉਂਦਾ ਹੈ, ਉਹੀ ਗੁਰਬਾਣੀ ਸੁਣ ਕਰਕੇ ਤ੍ਰਿਪਤ ਹੁੰਦੇ, ਉਹਨਾਂ ਦੇ ਹੀ ਹਿਰਦੇ ਕਮਲ ਦੇ ਫੁੱਲ ਵਾਂਗ ਖਿੜ ਜਾਂਦੇ ਨੇ। ਜਿਹੜੇ ਲੋਕ ਇਸ ਪ੍ਰਕਾਰ ਅਰਥ ਸੁਣਦੇ ਨੇ, ਗੁਰਬਾਣੀ ਸੁਣਦੇ ਹਨ। ਔਰ ਜੇ ਸੋਤਾ ਚਾਰ ਪ੍ਰਕਾਰੀ। ਸਤਿਗੁਰੂ ਜੀ ਕਹਿੰਦੇ ਜਿਹੜੇ ਪੰਜਵੇਂ ਹਨ ਬੜੇ ਮਹਾਨ ਹਨ, ਜੋ ਸ਼ਬਦ ਸੁਣਦੇ ਨੇ, ਇਤਿਹਾਸ ਸੁਣਦੇ ਨੇ, ਤੇ ਜਿਹੜੇ ਇਹਨਾਂ ਤੋਂ ਬਿਨਾਂ ਪਿਛਲੇ ਜਿਹੜੇ ਮੂਹਰਲੇ 4 ਤਰ੍ਹਾਂ ਦੇ ਨੇ, ਜਿਨ੍ਹਾਂ ਦੀ ਸੁਰਤ ਰਾਗਾਂ ਦੇ ਅੰਦਰ, ਤਾਲਾਂ ਦੇ ਅੰਦਰ ਜਾਂ ਸਾਜ਼ਾਂ ਦੇ ਅੰਦਰ ਰਹਿੰਦੀ ਹੈ। ਚੀਜ਼ ਖਾਨ ਵਿਖੇ ਹਿਤ ਧਾਰੀ। ਕਵੀ ਜੀ ਕਹਿੰਦੇ ਉਹਦਾ ਏਦਾਂ ਜਾਣ ਲਵੋ ਜਿਵੇਂ ਉਹ ਕੇਲੇ ਨੂੰ ਛਿੱਲ ਲੈਣ ਤੇ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਪਾਸੇ ਰੱਖ ਦੇਣ ਤੇ ਉਹਦੀ ਛਿੱਲ ਖਾ ਲੈਣ। ਜਿਹੜੇ ਸਾਜ਼ਾਂ ਦੇ ਅੰਦਰ, ਟਿਊਨਾਂ ਦੇ ਅੰਦਰ ਧਿਆਨ ਦਿੰਦੇ ਨੇ, ਗੁਰਬਾਣੀ ਅੰਦਰ ਹਿਰਦਾ ਨਹੀਂ ਜੋੜਦੇ, ਉਹ ਤਾਂ ਜਾਣੋ ਕੇਲੇ ਦੀ ਛਿੱਲ ਖਾਂਦੇ ਨੇ। ਫੋਕਟ ਕੇ ਰਸ ਮਹਿ ਫਸ ਗਏ। ਵਿਅਰਥ ਦੀਆਂ ਰਸਾਂ ਦੇ ਵਿੱਚ ਫਸੇ ਹੋਏ ਨੇ। ਜੋ ਖਾਣ ਵਾਲੀ ਚੀਜ਼ ਹੈ, ਜੋ ਸੁਣਨ ਵਾਲੀ ਚੀਜ਼ ਹੈ, ਗ੍ਰਹਿਣ ਕਰਨ ਵਾਲੀ ਚੀਜ਼ ਹੈ, ਉਹਦੇ ਵੱਲ ਧਿਆਨ ਨਹੀਂ, ਕੇਵਲ ਔਰ ਕੇਵਲ ਢੋਲਕ ਧਮਕਿਆਂ ਅੰਦਰ ਹੀ ਉਹਨਾਂ ਦਾ ਧਿਆਨ ਹੈ। ਅੰਦਰ ਰਸ ਰਹਿ ਜੀਵਤ ਭਏ। ਅੰਦਰਲੇ ਰਸ ਦਾ ਉਹਨਾਂ ਨੂੰ ਗਿਆਨ ਨਹੀਂ ਕਿ ਜੋ ਛਿਲਕਾ ਲਾਇਆ ਹੈ, ਜਿਸ ਦੇ ਉੱਪਰੋਂ ਛਿਲਕਾ ਲਾਇਆ ਹੈ, ਉਹ ਚੀਜ਼ ਖਾਣ ਵਾਲੀ ਹੈ, ਉਸ ਨੂੰ ਖਾਣ ਦੇ ਨਾਲ ਸਵਾਦ ਵੀ ਆਵੇਗਾ ਅਤੇ ਸਰੀਰ ਨੂੰ ਤਾਕਤ ਵੀ ਮਿਲੇਗੀ। ਇਹ ਤਾਂ ਪਤਾ ਨਹੀਂ, ਪਰ ਉਹ ਛਿਲਕਾ ਖਾ ਰਹੇ ਨੇ ਸਤਿਗੁਰੂ। ਆਮ ਤੌਰ ਤੇ ਕਹਿ ਦਈਏ ਕਿ ਸਤ ਸੰਗਤ ਬਹੁਤ ਕਰਦੇ ਹਨ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹਦਾ ਸੰਗਤ ਜੀ ਅਰਥ ਕੀ ਬਣਦਾ ਹੈ ਕਿ ਹਰ ਰੋਜ਼ ਸਮਾਂ ਕੱਢ ਕੇ ਗੁਰੂ ਕੀ ਸੰਗਤ ਦਾ ਕਰਦੇ ਹਾਂ, ਪਰ ਗੁਰ ਇਤਿਹਾਸ ਸੁਣੀ ਜਾਂਦੇ ਹਾਂ, ਪਰ ਹਿਰਦੇ ਅੰਦਰ ਨਹੀਂ ਵਸਾਉਂਦੇ। ਇੱਕ ਕੰਨ ਵਿੱਚ ਦੀ ਪਾ ਲਿਆ, ਦੂਜੇ ਕੰਨ ਵਿੱਚ ਦੀ ਕੱਢ ਲਿਆ, ਜਾਂ ਫਿਰ ਕੀਰਤਨ ਹੁੰਦਾ ਹੋਵੇ, ਢੋਲਕੀ ਵੱਜਦੀ ਹੈ, ਤਬਲਾ ਵੱਜਦਾ ਹੈ, ਵਾਜਾ ਵੱਜਦਾ ਹੈ, ਉਹਦੀਆਂ ਧੁਨਾਂ ਦੇ ਅੰਦਰ ਹੀ ਪ੍ਰੇਮ ਲਾ ਕੇ ਬੈਠ ਗਏ,
ਗੁਰਬਾਣੀ ਸੁਣੀ ਨਹੀਂ, ਅਰਥ ਸਮਝੇ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਰਸ ਨਹੀਂ ਆਵੇਗਾ। ਸਤ ਸੰਗਤ ਗੁਰਸ ਤੁਮ ਚੀਨੋ। ਸਤਿਗੁਰੂ ਜੀ ਕਹਿੰਦੇ ਕਾਕ ਪਸੰਦ ਤੂੰ ਸਾਰਿਆਂ ਤੋਂ ਮਹਾਨ ਸਰੋਤਾ ਹੈ, ਕਿਉਂਕਿ ਤੂੰ ਸਤ ਸੰਗਤ ਦਾ ਜੋ ਅਸਲ ਰਸ ਹੈ ਉਹ ਪ੍ਰਾਪਤ ਕੀਤਾ ਹੈ। ਮਾਟ ਚਿਰੰਜੀਵੀ ਪਦ ਕੋ ਲੀਨੋ। ਇਸ ਲਈ ਤੁਸੀਂ ਚਿਰੰਜੀਵੀ ਜੋ ਪਦਵੀ ਹੈ ਬੜੀ ਵੱਡੀ ਹੈ ਉਸ ਨੂੰ ਪ੍ਰਾਪਤ ਕੀਤਾ ਹੈ। ਸੋਜਮ ਸਰੋਨ ਵਿਖੇ ਮਰਦਾਨਾ। ਇਸ ਪ੍ਰਕਾਰ ਕੰਨਾਂ ਰਾਹੀਂ ਸੁਣ ਕਰਕੇ ਭਾਈ ਮਰਦਾਨਾ ਨੇ ਇਹਨਾਂ ਬਚਨਾਂ ਨੂੰ ਮੈਂ ਤੁਝਨ ਕੇ ਬਚਨ ਬਖਾਨਾ। ਪੁੱਛਣ ਵਾਸਤੇ ਭਾਈ ਮਰਦਾਨੇ ਨੇ ਇਸ ਪ੍ਰਕਾਰ ਬੋਲਿਆ ਹੈ ਰਿਖ ਜੀ ਉਚਰੋ ਬੈਸ ਫਰਮਾਨੇ। ਕਿ ਹੇ ਰਿਸ਼ੀ ਜੀ ਤੁਸੀਂ ਆਪਣੀ ਉਮਰ ਦੱਸਣਾ ਕਰੋ। ਤੁਮ ਦੇਖਤ ਜੋਗ ਕਿਤਕ ਬਿਹਾਨੇ। ਤੁਸੀਂ ਕਿੰਨੇ ਯੁਗਾਂ ਦਾ ਜੀਵਨ ਬਤੀਤ ਕੀਤਾ ਹੈ ਜਾਂ ਕਿੰਨੇ ਯੁਗ ਤੁਸੀਂ ਆਪਣੇ ਅੱਖੀਂ ਵੇਖੇ ਨੇ। ਕਾਕ ਸੰਡ ਬਚਨ ਤਬ ਇਸ ਕਹੈ। ਪ੍ਰਕਾਰ ਜਿਹੜਾ ਲਿਖੀ ਹੈ ਕਾਕ ਪਸੰਦ ਉਸ ਨੇ ਜਵਾਬ ਦਿੱਤਾ ਹੈ ਅਪਰਮਾਨ ਬੈਸ ਫਮ ਅਹੈ। ਕਿ ਜੋ ਮੇਰੀ ਉਮਰ ਹੈ ਨਾ ਇਹ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ। ਕਿੰਨੇ ਸਾਲ ਕਿੰਨੇ ਯੁਗ ਮੈਂ ਇਸ ਧਰਤੀ ਤੇ ਬਤੀਤ ਕਰ ਦਿੱਤੇ ਨੇ, ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਇਹ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ। ਜੋਗ ਸਹੰਸਰ ਬੀਤੇ ਜਬਹੇ। ਕਹਿਣ ਲੱਗਾ ਭਾਈ ਮਰਦਾਨਾ ਜੀ ਜਦੋਂ ਇਸ ਪ੍ਰਕਾਰ 1000 ਯੁਗ ਬੀਤ ਜਾਂਦੇ ਨੇ, ਇੱਕ ਯੁਗ ਦੇ ਅੰਦਰ ਸੰਤ ਜੀ 100 ਸਾਲ ਹੁੰਦਾ, ਤੇ ਜਦੋਂ 1000 ਯੁਗ ਬੀਤ ਜਾਂਦੇ ਨੇ ਏਕ ਦਿਵਸ ਬਿਦ ਹੋਏ। ਤੇ ਬ੍ਰਹਮਾ ਹੈ ਜੋ ਦੇਵਤਾ ਬ੍ਰਹਮਾ ਹੈ ਨਾ ਉਹਦਾ ਇੱਕ ਦਿਨ ਬਣਦਾ ਹੈ। 1000 ਯੁਗ ਬੀਤ ਜਾਣ ਤੇ ਬ੍ਰਹਮੇ ਦੀ ਉਮਰ ਦਾ ਇੱਕ ਦਿਨ ਬਤੀਤ ਹੁੰਦਾ ਹੈ। ਕੇ ਸਾਮਾ ਗੁਣ ਰਹਿਣ ਹਵੈ। ਤੇ ਇਹਦੇ ਬਰਾਬਰ ਹੀ ਫਿਰ ਉਹਦੀ ਰਾਤ ਹੁੰਦੀ ਹੈ। ਇਸ ਪ੍ਰਕਾਰ ਜਦੋਂ 2000 ਯੁਗ ਬੀਤ ਜਾਣ ਤੇ ਬ੍ਰਹਮੇ ਦਾ ਇੱਕ ਦਿਨ ਔਰ ਇੱਕ ਰਾਤ ਬਣਦੀ ਹੈ। ਮਸ ਕੇ ਇੱਕ ਦਮ ਜੋਏ। ਇਸ ਪ੍ਰਕਾਰ ਮਾਸ ਹੈ ਇਹ ਵਿਦ ਜੋਏ ਤੇ ਇਸ ਪ੍ਰਕਾਰ ਹੀ ਉਹਨਾਂ ਦਾ ਮਹੀਨਾ ਬਤੀਤ ਹੁੰਦਾ। ਜਦੋਂ ਹਜ਼ਾਰਾਂ ਸਾਲ ਬਤੀਤ ਹੋ ਜਾਣ, ਹਜ਼ਾਰਾਂ ਯੁਗ ਬਤੀਤ ਹੋ ਜਾਣ, ਫਿਰ ਉਹਨਾਂ ਦੀ ਉਮਰ ਦਾ ਇੱਕ ਮਹੀਨਾ ਬਤੀਤ ਹੁੰਦਾ ਹੈ। ਇਸ ਪ੍ਰਕਾਰ ਕੇ ਸਹਿਸ ਵਰਤ ਜਬ। ਇਸ ਪ੍ਰਕਾਰ ਕਹਿੰਦੇ ਏਦਾਂ ਹਜ਼ਾਰਾਂ ਹੀ ਸਾਲ ਜਦੋਂ ਬਤੀਤ ਹੁੰਦੇ ਨੇ ਬੀਤੇ ਬੈਸ ਵਿਧਾਤੇ ਕੀ ਤਬ। ਤੇ ਇਸ ਪ੍ਰਕਾਰ ਜਿਹੜੀ ਵਿਧਾਤੇ ਬ੍ਰਹਮਾ ਹੈ ਉਹਦੀ ਉਮਰ ਬਤੀਤ ਹੁੰਦੀ ਹੈ। ਮੁਝ ਦੇਖਤ ਕੇਤੇ ਵਿਦ ਮਰੇ। ਬਸ ਭਾਈ ਮਰਦਾਨਾ ਜੀ ਇਹ ਜਾਣ ਲਵੋ, ਅੰਦਾਜ਼ਾ ਲਾ ਲਵੋ ਕਿ ਮੇਰੀ ਉਮਰ ਕਿੰਨੀ ਹੋਵੇਗੀ। ਕਿ ਮੈਂ ਆਪਣੀ ਉਮਰ ਦੇ ਵਿੱਚ ਕਈ ਬ੍ਰਹਮੇ ਜੰਮਦੇ ਤੇ ਕਈ ਬ੍ਰਹਮੇ ਮਰਦੇ ਵੇਖੇ। ਭਾਵੇਂ ਕਿ ਇੱਕ ਬ੍ਰਹਮੇ ਦੀ ਉਮਰ 1000 ਯੁਗ ਬਤੀਤ ਹੋਵੇ ਤੇ ਉਹਦਾ ਇੱਕ ਦਿਨ ਬਤੀਤ ਹੁੰਦਾ ਹੈ। 1000 ਯੁਗ ਦੀ ਉਹਦੀ ਰਾਤ ਹੈ, 1000 ਯੁਗ ਦਾ ਉਹਦਾ ਦਿਨ ਹੈ। ਤੇ ਮੈਂ ਕਿੰਨੇ ਹੀ ਬ੍ਰਹਮੇ ਇਸ ਸੰਸਾਰ ਤੇ ਆਉਂਦੇ, ਕਿੰਨੇ ਹੀ ਬ੍ਰਹਮੇ ਇਸ ਸੰਸਾਰ ਤੋਂ ਜਾਂਦੇ ਵੇਖੇ ਹਨ। ਕਈ ਵਾਰ ਜਗ ਮਰਲੈ ਕਰੇ। ਤੇ ਕਈ ਵਾਰ ਇਹ ਧਰਤੀ ਮੈਂ ਨਾਸ਼ ਹੁੰਦੀ ਵੇਖੀ। ਕਈ ਵਾਰ ਇਹ ਧਰਤੀ ਦਾ ਨਾਸ਼ ਹੋਇਆ ਹੈ, ਖਾਤਮਾ ਹੋਇਆ ਹੈ। ਮਨ ਵਿੱਚ ਜਨਮ ਜਗਤ ਉਪਜਾਵੇ। ਤੇ ਫਿਰ ਕਈ ਵਾਰ ਇਹ ਧਰਤੀ ਮੈਂ ਪੈਦਾ ਹੁੰਦੀ ਵੇਖੀ ਹੈ, ਇਹ ਤੇ ਜੀਵਾਂ ਨੂੰ ਜਨਮ ਲੈਂਦਿਆਂ ਵੇਖਿਆ ਹੈ। ਇਸ ਇਤਿਹਾਸ ਦੀ ਗਵਾਹੀ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਗੁਰਬਾਣੀ ਭਰ ਰਹੀ ਹੈ। ਕਈ ਵਾਰ ਅਸਰਿਓ ਪਾਸਾਰ ਸਦਾ ਸਦਾ ਏਕੰਕਾਰ ਕਿ ਇਹ ਧਰਤੀ ਕਈ ਵਾਰ ਨਾਸ਼ ਹੋਈ ਹੈ, ਕਈ ਵਾਰ ਇਹ ਦੁਬਾਰੇ ਪੈਦਾ ਹੋਈ ਹੈ। ਇਸ ਪ੍ਰਕਾਰ ਕਵੀ ਜੀ ਦੱਸ ਰਹੇ ਨੇ ਕਿ ਜਿਹੜਾ ਰਿਸ਼ੀ ਹੈ ਕਾਕ ਪਸੰਦ ਉਹ ਭਾਈ ਮਰਦਾਨੇ ਨੂੰ ਦੱਸਦਾ ਹੈ ਕਿ ਮੈਂ ਆਪਣੇ ਜੀਵਨ ਦੇ ਅੰਦਰ ਕਈ ਵਾਰ ਇਹ ਧਰਤੀ ਨਾਸ਼ ਹੁੰਦੀ ਅਤੇ ਪੈਦਾ ਹੁੰਦੀ ਵੇਖੀ ਹੈ। ਜੜ ਜੰਗਮ ਸਰ ਅਸੁਰ ਬਨਾਵੇ। ਤੇ ਇਸ ਧਰਤੀ ਦੇ ਉੱਪਰ ਜਿਹੜੇ ਜੜ ਸਰੂਪ ਹਨ, ਤੁਰ ਫਿਰ ਨਹੀਂ ਸਕਦੇ, ਪਹਾੜ ਪੌਦੇ ਆਦਿ ਜਿਹੜੇ ਜੰਗਮ ਹਨ। ਇਸ ਪ੍ਰਕਾਰ ਜਿਹੜੇ ਸੁਰ ਹਨ ਦੇਵਤੇ, ਅਸੁਰ ਹਨ ਦੈਤ,
ਕਈ ਵਾਰ ਇੱਥੇ ਪੈਦਾ ਹੋਏ, ਕਈ ਵਾਰ ਇੱਥੇ ਮਰਦੇ ਵੇਖੇ ਨੇ। ਨਾਨਾ ਬਿਦ ਕੀ ਰਚਨ ਇਹ ਰਚਾਏ। ਪਰਮੇਸ਼ਰ ਹਰ ਵਾਰ ਨਵੀਂ ਰਚਨਾ ਨੂੰ ਰਚਦਾ ਹੈ, ਨਵੀਂ ਧਰਤੀ ਪੈਦਾ ਕਰਦਾ ਹੈ। ਐਸੇ ਬਿਦ ਬਿਨ ਸੇ ਉਪਜਾਏ। ਇਸ ਤਰ੍ਹਾਂ ਇਹ ਧਰਤੀ ਨਾਸ਼ ਹੋ ਜਾਂਦੀ ਹੈ। ਇਸੇ ਪ੍ਰਕਾਰ ਹੀ ਪਰਮੇਸ਼ਰ ਦੇ ਹੁਕਮਾਂ ਦੇ ਅੰਦਰ ਇਹ ਧਰਤੀ ਪੈਦਾ ਹੁੰਦੀ ਹੈ। ਹਮਨੇ ਦੇਖਤ ਕੀਤੇ ਗਏ। ਰਿਖੀ ਕਾਕ ਪਸੰਦ ਭਾਈ ਮਰਦਾਨੇ ਨੂੰ ਕਹਿੰਦਾ ਕਿ ਮੇਰੇ ਵੇਦੇ ਵੇਦੇ ਇੱਥੇ ਬੜੇ ਚਲੇ ਗਏ ਨੇ। ਬਹੁਤ ਬਹੁਤ ਜਗ ਉਪਜਤ ਭਏ। ਕਿ ਵਾਰ ਵਾਰ ਇਸ ਧਰਤੀ ਦੇ ਉੱਪਰ ਪੈਦਾ ਹੁੰਦੇ ਰਹੇ ਨੇ। ਬੈਠ ਇਨਾ ਮੈਂ ਹਰ ਗੁਣ ਗਾਵੋ। ਤੇ ਮੈਂ ਇਸ ਧਰਤੀ ਦੇ ਉੱਪਰ ਬੈਠ ਕਰਕੇ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ। ਹੁਣ ਸਵਾਲ ਸੰਗਤ ਜੀ ਇਹ ਪੈਦਾ ਹੁੰਦਾ ਹੈ, ਮਨ ਦੇ ਅੰਦਰ ਸ਼ੰਕਾ ਪੈਦਾ ਹੁੰਦਾ ਹੈ ਕਿ ਜਦੋਂ ਸਾਰੀ ਧਰਤੀ ਨਾਸ਼ ਹੋ ਜਾਂਦੀ ਹੈ ਤੇ ਫਿਰ ਜਿਹੜਾ ਇਹ ਕਾਕ ਪਸੰਦ ਰਿਖੀ ਹੈ ਇਹ ਕਿੱਥੇ ਰਹਿੰਦਾ ਹੈ? ਸੰਗਤ ਜੀ ਇਹ ਪੰਜਾਂ ਤੱਤਾਂ ਦੇ ਅੰਦਰ ਆਪਣੇ ਸਰੀਰ ਨੂੰ ਮਿਲਾ ਲੈਂਦਾ ਹੈ। ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ ਹੈ। ਜਿਹੜੀ ਮਿੱਟੀ ਹੈ ਉਹ ਮਿੱਟੀ ਵਿੱਚ ਰਲ ਜਾਂਦੀ ਹੈ, ਜਿਹੜੇ ਸਵਾਸ ਹਨ ਹਵਾ ਵਿੱਚ ਰਲ ਜਾਂਦੇ ਨੇ। ਇਸ ਪ੍ਰਕਾਰ ਜਿਹੜੀ ਅਗਨੀ ਹੈ ਉਹ ਅੱਗ ਵਿੱਚ ਰਲ ਜਾਂਦੀ ਹੈ, ਜਿਹੜਾ ਪਾਣੀ ਹੈ ਉਹ ਪਾਣੀ ਵਿੱਚ ਰਲ ਜਾਂਦਾ ਹੈ। ਇੱਦਾਂ ਜਦੋਂ ਧਰਤੀ ਨਾਸ਼ ਹੁੰਦੀ ਹੈ ਤੇ ਪੰਜਾਂ ਤੱਤਾਂ ਨੂੰ ਪੰਜਾਂ ਤੱਤਾਂ ਦੇ ਵਿੱਚ ਮਿਲਾ ਕਰਕੇ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ। ਤੇ ਜਦੋਂ ਧਰਤੀ ਦੁਬਾਰੇ ਫੇਰ ਪੈਦਾ ਹੁੰਦੀ ਹੈ, ਫੇਰ ਪੰਜਾਂ ਤੱਤਾਂ ਨੂੰ ਇਕੱਠਾ ਕਰਕੇ ਆਪਣੀ ਦੇਹ ਧਾਰਨ ਕਰਦਾ ਹੈ। ਧਿਆਨ ਕਰੋ ਔਰ ਬਹੁ ਸੁਖ ਪਾਵੋ। ਇਸ ਪ੍ਰਕਾਰ ਮੈਂ ਹਰ ਸਮੇਂ ਲਿਖੀ ਕਹਿੰਦਾ ਭਾਈ ਮਰਦਾਨਾ ਜੀ ਪਰਮੇਸ਼ਰ ਦਾ ਨਾਮ ਜਪਦਾ ਹਾਂ, ਉਸ ਦੇ ਧਿਆਨ ਵਿੱਚ ਰਹਿੰਦਾ ਹਾਂ ਤੇ ਬਹੁਤਾ ਸੁਖ ਪਾਉਂਦਾ ਹਾਂ। ਦੁਖਰਾ ਮਰਦਾਨਾ ਬਿਸਮਿਓ ਸੁਨਤ। ਭਾਈ ਮਰਦਾਨਾ ਜੀ ਐਸੇ ਬਚਨਾਂ ਨੂੰ ਸੁਣ ਕਰਕੇ ਬੜਾ ਹੈਰਾਨ ਹੋਇਆ ਹੈ। ਤੁਸਨ ਭਾਵ ਅਹਿਕਾਰ। ਫਿਰ ਭਾਈ ਮਰਦਾਨਾ ਜੀ ਉਸੇ ਸਮੇਂ ਚੁੱਪ ਹੋ ਗਏ ਨੇ, ਕੋਈ ਹੋਰ ਸਵਾਲ ਨਹੀਂ ਕੀਤਾ। ਜਨ ਹਿਤ ਮੈਂ ਬੋਲਿਓ। ਤੇ ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਪੁੱਛਣ ਵਾਸਤੇ ਬੋਲਿਆ ਹਾਂ। ਸ੍ਰੀ ਅੰਗਦ ਦਿਆਲ। ਇਹ ਸ਼੍ਰੋਮਣੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸੁਣਨਾ ਕਰੋ। ਜੋ ਪਈ ਹਰ ਭਗਤਨ ਕੇ ਵਿਖੇ ਮਹਾਨੇ। ਕਿ ਹਰ ਭਗਤਨ ਕੇ ਵਿਖੇ ਮਹਾਨ, ਕਿ ਜਿਹੜੇ ਹਰੀ ਪਰਮੇਸ਼ਰ ਦੇ ਭਗਤ ਹਨ ਉਹ ਸੰਸਾਰ ਵਿੱਚ ਸਭ ਤੋਂ ਮਹਾਨ ਹਨ। ਮੋਹ ਨਾਸ ਆਤਮ ਗਿਆਨੀ। ਜਿਨ੍ਹਾਂ ਨੇ ਆਪਣਾ ਮੋਹ ਵਿਕਾਰ ਆਦਿਕ ਨਾਸ਼ ਕਰ ਲਏ ਨੇ ਤੇ ਜਿਹੜਾ ਪਰਮੇਸ਼ਰ ਦਾ ਆਤਮਿਕ ਗਿਆਨ ਹੈ ਉਹ ਪ੍ਰਾਪਤ ਕੀਤਾ ਹੈ। ਸਭ ਵਿਦ ਸਭ ਮਹਿ ਦੀਰਘ ਤੁਮ ਹੋ। ਤੇ ਭਾਈ ਬਾਲਾ ਜੀ ਕਹਿੰਦੇ ਸਾਰਿਆਂ ਦੇ ਵਿੱਚੋਂ ਆਪ ਜੀ ਇਹ ਰਿਖੀ ਕਾਕ ਸੁੰਦ ਬੜੇ ਵੱਡੇ ਹੋ। ਕੈਸੇ ਪ੍ਰਾਪਤ ਕਾਕ ਜਨਮ ਹੋ। ਇਹ ਜਿਹੜਾ ਤੁਹਾਨੂੰ ਜਨਮ ਪ੍ਰਾਪਤ ਹੋਇਆ ਹੈ ਇਹ ਕਿੰਨਾ ਵਿਧੀਆਂ ਦੇ ਨਾਲ ਪ੍ਰਾਪਤ ਹੋਇਆ ਹੈ। ਸੰਸਾਰ ਦੇ ਵਿੱਚ ਐਸਾ ਹੋਰ ਕੋਈ ਵੀ ਨਹੀਂ ਜਿਹੜਾ ਧਰਤੀ ਨਾਸ਼ ਹੁੰਦੀ ਤੋਂ ਵੀ ਇੱਥੇ ਜਿਉਂਦਾ ਰਹੇ। ਸੰਸਾਰ ਦੇ ਵਿੱਚ ਰਿਸ਼ੀ ਮੁਨੀ ਸਿੱਧ ਆਦਿਕ ਪੈਦਾ ਹੁੰਦੇ ਨੇ ਤੇ ਧਰਤੀ ਦੇ ਰਹਿੰਦੇ ਰਹਿੰਦੇ ਹੀ ਕਈ ਵਾਰ ਜੰਮਦੇ ਨੇ, ਕਈ ਵਾਰ ਮਰਦੇ ਨੇ। 84 ਲੱਖ ਜੂਨਾਂ ਵਾਰ-ਵਾਰ ਜੰਮਦੀਆਂ ਨੇ, ਵਾਰ-ਵਾਰ ਮਰਦੀਆਂ ਨੇ, ਪਰ ਆਪ ਜੀਆਂ ਨੂੰ ਐਸੀ ਪਦਵੀ ਐਸੇ ਵਾਰ ਕਿੱਥੋਂ ਪ੍ਰਾਪਤ ਹੋਏ ਨੇ। ਮਨ ਵਿਖੇ ਸੰਦੇਹ ਮਹਾਨਾ। ਇਹ ਮੇਰੇ ਮਨ ਦੇ ਅੰਦਰ ਸੰਸਾ ਹੈ, ਇਸ ਨੂੰ ਦੂਰ ਕਰੋ। ਉੱਤਰ ਦੀਜੈ ਭੋ ਗੁਣਵਾਨਾ। ਫੇਰ ਗੁਣਵਾਨ ਰਿਧੀ ਮੈਨੂੰ ਉੱਤਰ ਦੇਣਾ ਕਰੋ ਜੀ। ਬਾਣੀ ਕਾਕ ਪਸੰਦ ਅਲਾਈ। ਭਾਈ ਬਾਲੇ ਦੇ ਬਚਨਾਂ ਨੂੰ ਸੁਣ ਕਰਕੇ ਜਿਹੜਾ ਰਿਖੀ ਹੈ ਕਾਕ ਪਸੰਦ ਉਹ ਕਹਿਣ ਲੱਗਾ ਹੈ ਸੋਨਾ ਜੋ ਬਾਇਸ ਦੇਹੀ ਪਾਈ। ਕਿ ਜਿਨ੍ਹਾਂ ਕਾਰਨਾਂ ਕਰਕੇ ਐਸੀ ਦੇਹੀ ਮੈਨੂੰ ਪ੍ਰਾਪਤ ਹੋਈ ਹੈ ਸੁਣਨਾ ਕਰੋ। ਦੁਖਰਾ ਇੱਕ ਜਨਮ ਮੈਂ ਸੁਤਰ ਪਾਈ। ਕਹਿੰਦਾ ਇੱਕ ਜਨਮ ਮੇਰਾ ਐਸਾ ਸੀ ਜਿਸ ਜਨਮ ਦੇ ਅੰਦਰ ਮੈਂ ਸ਼ੂਦਰ ਸੀ। ਸਿਵ ਸੇਵਾ ਮਨ ਲਾਏ। ਕਿ ਮੈਂ ਸ਼ਿਵ ਜੀ ਦਾ ਬੜਾ ਵੱਡਾ ਭਗਤ ਸੀ। ਹਰ ਸਮੇਂ ਭਗਵਾਨ ਸ਼ਿਵ ਜੀ ਦੀ ਸੇਵਾ ਦੇ ਵਿੱਚ ਮੈਂ ਤਤਪਰ ਰਹਿੰਦਾ ਸੀ।
ਜਿਹੜਾ ਇਹਨਾਂ ਦੇਵਤਿਆਂ ਦੇ ਵਿੱਚੋਂ ਵਿਸ਼ਨੂੰ ਦੇਵਤਾ ਹੈ ਉਹਦੇ ਨਾਲ ਮੈਨੂੰ ਬੜਾ ਕਰੋਧ ਸੀ। ਉਹਦੇ ਨਾਲ ਮੈਨੂੰ ਪ੍ਰਤੀ ਭਰ ਵੀ ਪ੍ਰੇਮ ਨਹੀਂ ਸੀ। ਉਹਦੇ ਨਾਲ ਮੈਨੂੰ ਬੜਾ ਗੁੱਸਾ ਰਹਿੰਦਾ ਸੀ, ਬੜਾ ਕਰੋਧ ਰਹਿੰਦਾ ਸੀ। ਬਿਨ ਭਵ ਜਾਨ ਨਾ ਗਾਏ ਤੇ ਬਿਨਾਂ ਸ਼ਿਵ ਜੀ ਤੋਂ ਮੈਂ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਨਾ ਚੰਗਾ ਨਹੀਂ ਸਮਝਦਾ ਸੀ। ਜੋ ਪਈ ਰਹੋ ਅਯੁੱਧਿਆ ਪੁਰ ਕੇ ਮਾਹੀ ਤੇ ਜਿਹੜਾ ਅਯੁੱਧਿਆ ਦਾ ਇਲਾਕਾ ਹੈ ਨਾ, ਅਯੁੱਧਿਆ ਦੇ ਵਿੱਚ ਮੇਰਾ ਰਹਿਣ ਵਸਿਆ ਸੀ, ਉੱਥੇ ਮੇਰਾ ਘਰ ਸੀ। ਭਾਵ ਦੁਰਭੇਖ ਕਾਲ ਇਕ ਤਾਹੀ ਤੇ ਅਯੁੱਧਿਆ ਦੇ ਵਿੱਚ ਐਸਾ ਇੱਕ ਸਮਾਂ ਆਇਆ ਜਦੋਂ ਕਾਲ ਪੈ ਗਿਆ, ਕੋਈ ਜ਼ਮੀਨ ਦੇ ਅੰਦਰ ਕਿਸੇ ਪ੍ਰਕਾਰ ਦੀ ਫਸਲ ਨਹੀਂ ਹੋਈ, ਬਰਸਾਤਾਂ ਨਹੀਂ ਹੋਈ, ਖਾਣ ਪੀਣ ਦਾ ਜਿਹੜਾ ਅਨਾਜ ਸੀ, ਧਰਤੀ ਦਾ ਜੋ ਪਾਣੀ ਸੀ, ਸਾਰਾ ਕੁਝ ਹੀ ਖਤਮ ਹੋ ਗਿਆ ਸੀ। ਐਸਾ ਕਾਲ ਜਦੋਂ ਅਯੁੱਧਿਆ ਅੰਦਰ ਆਇਆ ਹੈ ਤੇ ਮੈਂ ਅਯੁੱਧਿਆ ਤੋਂ ਅੱਗੇ ਚਲਾ ਗਿਆ। ਜਿਹੜੀ ਉਜੈਨ ਦੀ ਧਰਤੀ ਹੈ, ਉਜੈਨ ਦੇਸ਼ ਅੰਦਰ ਮੈਂ ਜਾ ਕਰਕੇ ਰਹਿਣਾ ਕੀਤਾ ਹੈ। ਤੇ ਉੱਥੇ ਇੱਕ ਬੜੀ ਸ਼ਾਂਤ ਬੁੱਧੀ ਵਾਲਾ ਪੰਡਤ ਰਹਿੰਦਾ ਸੀ, ਜਿਸ ਨੂੰ ਬੜਾ ਗਿਆਨ ਸੀ, ਜਿਹੜਾ ਪਰਮੇਸ਼ਰ ਦਾ ਬੜਾ ਭਗਤ ਸੀ। ਜਿਨ੍ਹਾਂ ਦੇ ਮਨ ਅੰਦਰੋਂ ਦਵੈਸ਼, ਭਾਵਨਾ, ਈਰਖਾ, ਵਿਕਾਰ ਆਦਿ ਸਾਰੇ ਨਾਸ਼ ਹੋਏ ਸਨ, ਬੜਾ ਪਵਿੱਤਰ ਜੀਵਨ ਸੀ। ਤੇ ਜਾ ਕਰਕੇ ਮੈਂ ਉਸ ਨੂੰ ਉਜੈਨ ਦੀ ਧਰਤੀ ਤੇ ਆਪਣਾ ਗੁਰੂ ਬਣਾਇਆ। ਉਸ ਪੰਡਤ ਨੂੰ ਆਪਣਾ ਗੁਰੂ ਅਪਣਾਇਆ ਹੈ, ਗੁਰੂ ਧਾਰਨ ਕੀਤਾ ਹੈ। ਤੇ ਹਰ ਸਮੇਂ ਉਹ ਮੈਨੂੰ ਵਿਸ਼ਨੂੰ ਦਾ ਉਪਦੇਸ਼ ਦਿੰਦਾ ਸੀ। ਵਾਰ-ਵਾਰ ਮੈਨੂੰ ਕਹਿੰਦਾ ਸੀ ਕਿ ਤੂੰ ਵਿਸ਼ਨੂੰ ਨੂੰ ਆਪਣਾ ਗੁਰੂ ਧਾਰਨ ਕਰ, ਵਿਸ਼ਨੂੰ ਦਾ ਉਪਦੇਸ਼ ਲੈਣਾ ਕਰ। ਤੇ ਜਦੋਂ ਮੈਂ ਆਪਣੇ ਗੁਰੂ ਦੇ ਮੁਖੋਂ ਵਿਸ਼ਨੂੰ ਦਾ ਨਾਮ ਸੁਣਦਾ ਸੀ ਨਾ, ਸੁਣ ਕਰਕੇ ਈਰਖਾ ਅੰਦਰ ਮੇਰਾ ਹਿਰਦਾ ਸੜ ਜਾਂਦਾ ਸੀ। ਤੇ ਜਿਹੜੀ ਭਗਤੀ ਹੈ ਮੇਰੇ ਹਿਰਦੇ ਅੰਦਰ ਹਮੇਸ਼ਾ ਹੀ ਸ਼ਿਵ ਜੀ ਦੀ ਬਾਤ ਬਣੀ ਰਹਿੰਦੀ ਸੀ। ਤੇ ਵਿਸ਼ਨੂੰ ਦਾ ਨਾਮ ਸੁਣ ਕੇ ਮੇਰਾ ਹਿਰਦਾ ਦੁਖੀ ਹੁੰਦਾ ਸੀ। ਇਸ ਪ੍ਰਕਾਰ ਜਦੋਂ ਵੀ ਮੇਰਾ ਗੁਰੂ, ਮੇਰਾ ਉਸਤਾਦ ਮੇਰੇ ਨਾਲ ਵਚਨ ਵਿਲਾਸ ਕਰਦਾ ਸੀ, ਵਿਸ਼ਨੂੰ ਦੀ ਗੱਲ ਕਰਦਾ ਸੀ, ਤੇ ਮੈਂ ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਸੀ। ਕੋਈ ਵੀ ਉਪਦੇਸ਼ ਆਪਣੇ ਗੁਰੂ ਦਾ ਨਹੀਂ ਮੰਨਦਾ ਸੀ। ਜਿਹੜਾ ਕੁਝ ਵੀ ਕਹਿੰਦਾ ਸੀ ਉਸ ਨੂੰ ਸੁਣਨ ਵਾਸਤੇ ਮੈਂ ਅਹਿਮੀਅਤ ਨਹੀਂ ਦਿੰਦਾ ਸੀ, ਉਹਦੀਆਂ ਗੱਲਾਂ ਵੱਲ ਖਿਆਲ ਨਹੀਂ ਕਰਦਾ ਸੀ। ਅਨੇਕਾਂ ਤਰੀਕਿਆਂ ਦੇ ਨਾਲ ਮੇਰੇ ਉਸਤਾਦ, ਮੇਰੇ ਗੁਰੂ ਨੇ ਮੈਨੂੰ ਸਮਝਾਇਆ, ਉਪਦੇਸ਼ ਦਿੱਤਾ ਹੈ। ਤੇ ਪਰ ਮੈਂ ਉਹਦੀ ਇੱਕ ਵੀ ਗੱਲ ਨਹੀਂ ਮੰਨੀ, ਆਪਣੇ ਜੀਵਨ ਅੰਦਰ ਲਾਗੂ ਨਹੀਂ ਕੀਤੀ। ਇਸ ਪ੍ਰਕਾਰ ਗਰਬਾਹੋ ਸਭ ਸਮਝ ਲੱਗ, ਉਹਦੀ ਛੋਟੀ ਮਤ ਜਾਣ ਕਰਕੇ ਮੈਂ ਆਪਣੇ ਆਪ ਨੂੰ ਉਹ ਤੋਂ ਉੱਚਾ ਸਮਝਣ ਲੱਗਾ ਸੀ ਤੇ ਹੰਕਾਰੀ ਹੋਇਆ ਸੀ। ਦਮ ਵਿਖੇ ਪਹੁੰਚਾਏ ਤੇ ਆਪਣੇ ਗੁਰੂ ਦੇ ਮੁਖੋਂ ਜਦੋਂ ਵਿਸ਼ਨੂੰ ਦਾ ਨਾਮ ਸੁਣਦਾ ਸੀ ਨਾ, ਮੈਂ ਉਹਦੀਆਂ ਗੱਲਾਂ ਨੂੰ ਪਖੰਡ ਜਾਣ ਕੇ ਛੱਡ ਦਿੰਦਾ ਸੀ। ਤੇ ਇੱਕ ਦਿਨ ਐਸਾ ਆਇਆ, ਮੈਂ ਭਗਵਾਨ ਸ਼ਿਵ ਜੀ ਦੇ ਮੰਦਿਰ ਅੰਦਰ ਬੈਠਾ ਸੀ। ਤੇ ਉੱਥੇ ਮੇਰਾ ਜਿਹੜਾ ਉਸਤਾਦ ਹੈ, ਮੇਰਾ ਗੁਰੂ ਚੱਲ ਆਇਆ ਹੈ। ਮੈਂ ਆਪਣੇ ਗੁਰੂ ਦੇ ਆਏ ਤੋਂ ਉੱਠਿਆ ਨਹੀਂ, ਉਹਦਾ ਸਤਿਕਾਰ ਨਹੀਂ ਕੀਤਾ, ਨਮਸਕਾਰ ਨਹੀਂ ਕੀਤੀ। ਆਉਂਦੇ ਨੂੰ ਵੇਖ ਕਰਕੇ ਮੈਂ ਸੀਸ ਨਹੀਂ ਨਵਾਇਆ, ਕਿਉਂਕਿ ਮੇਰੇ ਅੰਦਰ ਭਾਰੀ ਹੰਕਾਰ ਸੀ। ਪਰ ਜਿਹੜਾ ਮੇਰਾ ਗੁਰੂ ਸੀ, ਪਰਮੇਸ਼ਰ ਦਾ ਭਗਤ ਸੀ, ਉਹਦੇ ਅੰਦਰੋਂ ਮਾਣ ਹੰਕਾਰ ਨਾਸ਼ ਸੀ। ਉਹ ਇੱਕ ਰਸ ਰਹਿਣ ਵਾਲਾ ਬੰਦਾ ਸੀ।
ਨਾ ਤਾਂ ਉਹਦੀ ਵਡਿਆਈ ਹੁੰਦੀ ਵੇਖ ਕੇ ਉਹ ਖੁਸ਼ ਹੁੰਦਾ ਸੀ, ਨਾ ਹੀ ਉਹ ਆਪਣੀ ਕਿਸੇ ਗੱਲ ਦੇ ਵਿੱਚ ਨਰਾਦਰੀ ਸਮਝਦਾ ਸੀ। ਐਸਾ ਇੱਕ ਰਸ ਉਹਦਾ ਜੀਵਨ ਸੀ। ਹਰ ਸੋਗ ਹਿਰਦੈ ਨਹਿ ਜਾਗੇ। ਉਹਦੇ ਹਿਰਦੇ ਅੰਦਰ ਹਰ ਸੋਗ ਵਰਗੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਸਨ। ਸਮਦਾਸੀ ਨਹਿ ਬੋਲਿਓ ਸੋਈ। ਉਹ ਸਮਦਰਸੀ ਸੀ। ਉਹਨੇ ਨਹੀਂ ਵੇਖਿਆ ਕਿ ਮੈਨੂੰ ਉੱਠ ਕਰਕੇ ਨਮਸਕਾਰ ਕਿਉਂ ਨਹੀਂ ਕੀਤੀ ਜਾਂ ਇਹ ਬੈਠਾ ਕਿਉਂ ਰਿਹਾ। ਐਸੀ ਸ੍ਰੇਸ਼ਟ ਮਤ ਦਾ ਧਾਰਨੀ ਸੀ। ਮੇਰਾ ਗਰੀਸ ਭਉਣ ਤੇ ਹੋਈ। ਇਸ ਪ੍ਰਕਾਰ ਜਦੋਂ ਉਹ ਮੰਦਰ ਦੇ ਅੰਦਰ ਆਇਆ ਤੇ ਭਗਵਾਨ ਸ਼ਿਵ ਜੀ ਦੀ ਮੂਰਤੀ ਅੰਦਰੋਂ ਇਸ ਪ੍ਰਕਾਰ ਵਚਨ ਨਿਕਲੇ ਨੇ। ਦੁਸ਼ਟ ਨਰਕ ਅਬ ਭਰਿਆ ਜਾਈ। ਤੇ ਭਗਵਾਨ ਸ਼ਿਵ ਜੀ ਨੇ ਐਸਾ ਸ਼ਰਾਪ ਦਿੱਤਾ ਕਿ ਇਹ ਦੁਸ਼ਟਾ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ, ਹੁਣ ਨਰਕਾਂ ਦਾ ਭਾਗੀ ਬਣੇਗਾ। ਬਹੁਤੀਆਂ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਬਾਰ-ਬਾਰ ਜੰਮੇਗਾ, ਬਾਰ-ਬਾਰ ਮਰੇਗਾ। ਜਿਹੜੀ ਤੂੰ ਆਪਣੇ ਗੁਰੂ ਦੀ ਨਰਾਦਰੀ ਕੀਤੀ ਹੈ, ਨਰਾਦਰ ਕੀਤਾ ਹੈ, ਹੁਣ ਇਹਦਾ ਫਲ ਭੋਗਣਾ ਕਰ। ਤੂੰ ਸੰਸਾਰ ਦੇ ਵਿੱਚ ਪਖੰਡੀ ਹੈ ਤੇ ਹਿਰਦੇ ਅੰਦਰ ਹੰਕਾਰੀ ਹੈ। ਤੇ ਤੂੰ ਵਿਸ਼ਨੂੰ ਭਗਵਾਨ ਦੇ ਨਾਲ ਬੜਾ ਕ੍ਰੋਧ ਈਰਖਾ ਕਰਦਾ ਹੈ। ਤੇ ਦੂਸਰਾ ਆਪਣੇ ਗੁਰੂ ਦਾ ਜੀ ਤੋਂ ਸਿੱਖਿਆ ਲਈ ਹੈ ਭਗਤੀ ਕਰਨ ਦੀ, ਉਹਦਾ ਤੂੰ ਨਰਾਦਰ ਕੀਤਾ ਹੈ। ਹੁਣ ਤੂੰ ਜਮਾਂ ਦਾ ਜੋ ਦੰਡ ਹੈ, ਮਾਰ ਹੈ, ਉਹ ਸਹੇਗਾ। ਤੇ ਸਾਰਾ ਜੀਵਨ ਹੀ ਦੁੱਖਾਂ ਦੇ ਅਧੀਨ ਬਤੀਤ ਹੋਵੇਗਾ। ਤੇ ਜਦੋਂ ਮੇਰੇ ਉਸਤਾਦ ਮੇਰੇ ਗੁਰੂ ਨੇ ਐਸਾ ਸਰਾਪ ਭਗਵਾਨ ਸ਼ਿਵ ਜੀ ਵੱਲੋਂ ਦਿੱਤਾ ਸੁਣਿਆ ਹੈ, ਫਿਰ ਵੀ ਉਸਨੇ ਮੇਰੇ ਉੱਪਰ ਦਇਆ ਕੀਤੀ ਤੇ ਭਗਵਾਨ ਸ਼ਿਵ ਜੀ ਦੀ ਮੂਰਤੀ ਅੰਦਰ ਬੇਨਤੀ ਕੀਤੀ ਹੈ। ਅਨੇਕਾਂ ਤਰੀਕਿਆਂ ਦੀ ਵਡਿਆਈ ਭਗਵਾਨ ਸ਼ਿਵ ਜੀ ਦੀ ਕੀਤੀ ਹੈ, ਬੇਨਤੀਆਂ ਕੀਤੀਆਂ ਨੇ। ਇਸ ਪ੍ਰਕਾਰ ਚੰਦਰਚੂੜ ਵੀ ਭਗਵਾਨ ਸ਼ਿਵ ਜੀ ਦਾ ਨਾਮ ਹੈ। ਫਿਰ ਉਹ ਬੋਲੇ ਨੇ, ਹੇ ਰਿਖੀ, ਹੈ ਪੰਡਤ, ਤੇਰੀ ਦਇਆ ਕਰਕੇ, ਤੇਰੀਆਂ ਬੇਨਤੀਆਂ ਸੁਣ ਕਰਕੇ ਇਹ ਵਾਰ-ਵਾਰ ਜੰਮੇਗਾ, ਵਾਰ-ਵਾਰ ਮਰੇਗਾ, ਪਰ ਐਸਾ ਇਸ ਨੂੰ ਮੈਂ ਵਰ ਦਿੰਦਾ ਹਾਂ, ਤੇਰੀਆਂ ਬੇਨਤੀਆਂ ਸੁਣ ਕੇ ਹਰੇਕ ਜਨਮ ਅੰਦਰ ਇਸ ਨੂੰ ਇਸ ਗੱਲ ਦੀ ਸੁਧੀ ਰਹੇਗੀ, ਇਸ ਗੱਲ ਦਾ ਗਿਆਨ ਰਹੇਗਾ ਕਿ ਮੈਂ ਗੁਰੂ ਦੀ ਨਰਾਦਰੀ ਕੀਤੀ ਸੀ ਤਾਂ ਇਹ ਦੁੱਖ ਪਾਉਂਦਾ ਹਾਂ। ਪਰ ਜਿਹੜਾ ਸ਼ਰਾਪ ਮੈਂ ਇਹਨੂੰ ਦੇ ਚੁੱਕਾ ਹਾਂ, ਇਹ ਹੁਣ ਵਿਅਰਥ ਨਹੀਂ ਜਾਵੇਗਾ। ਇਹ ਵਾਰ-ਵਾਰ ਜੰਮੇਗਾ, ਵਾਰ-ਵਾਰ ਨਰਕਾਂ ਵਿੱਚ ਜਾ ਕਰਕੇ ਦੁੱਖ ਪਾਵੇਗਾ। ਹੇ ਭਾਈ ਮਰਦਾਨਾ ਜੀ, ਹੇ ਭਾਈ ਬਾਲਾ ਜੀ, ਧੰਨ ਗੁਰੂ ਨਾਨਕ ਦੇਵ ਜੀ, ਉਦੋਂ ਦਾ ਮੈਂ ਨਰਕਾਂ ਦਾ ਭਾਗੀ ਹਾਂ। ਇਸ ਪ੍ਰਕਾਰ ਜਿਹੜੀ ਭਾਰੀ ਤਾੜਨਾ ਹੈ, ਭਾਰੀ ਸ਼ਰਾਪ ਭਗਵਾਨ ਸ਼ਿਵ ਜੀ ਵੱਲੋਂ ਮੈਨੂੰ ਮਿਲਿਆ ਹੈ। ਇੱਥੋਂ ਤੱਕ ਸੰਗਤ ਜੀ ਅੱਜ ਦੀ ਕਥਾ ਵਿਚਾਰ ਆਈ ਹੈ। ਜਿਹੜਾ ਰਿਖੀ ਕਾਕ ਸੁਣਦਾ ਹੈ, ਉਹ ਸਤਿਗੁਰਾਂ ਦੇ ਨਾਲ ਆਪਣੀ ਹੱਡ ਬੀਤੀ ਸਾਂਝੀ ਕਰ ਰਿਹਾ ਹੈ। ਭਾਈ ਬਾਲਾ, ਭਾਈ ਮਰਦਾਨਾ ਜੀ ਵਰਗੇ ਉਸ ਨੂੰ ਸਵਾਲ ਜਵਾਬ ਕਰ ਰਹੇ ਨੇ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਅਗਲਾ ਇਤਿਹਾਸ ਕੱਲ੍ਹ ਦੀਆਂ ਦੀਵਾਨਾਂ ਵਿੱਚ ਸ਼੍ਰਵਣ ਕਰਾਂਗੇ ਕਿ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਮਝ ਸਕੇ। ਆਓ ਅਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸਿੱਧੀ ਮਨ
ਕਹੈ ਨਾਨਕ ਆਨੰਦ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਮਾਨੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ, ਸਭ ਕੁਛ ਹੈ ਜਿਸ ਨੇ ਸੋ ਪਾਵੈ। ਸਦਾ ਸਿਫਤ ਸਲਾਮ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਦਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪਲ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰੂ ਗੁਰੂ ਕਹੋ ਕਹੋ ਜਿਸ ਜਿਸ ਦੀ ਦੀਆਂ ਆਏ ਵਡਿਆਈਆਂ। ਕਹੈ ਨਾਨਕ ਸੁਣੋ ਸੁਣੋ ਸੰਤੋ ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਾਸੈ ਪੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸਨੋਵਣ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਾਸੇ ਪੂਰੇ, ਗੁਰਤੇ ਜਾਣੀ। ਸੁਣਤੇ ਪੁਨੀਤ ਤੇ ਦਾਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨ ਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਾਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਬੁਝਾਈਆ ਬੁਝਾਈਆ ਵਾਚਾ ਧਰਮ ਮਹਦੂਰ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿ